ਜੇ ਹੁਣ ਆਪਾਂ ਜਿਵੇਂ ਆਪਾਂ ਦੇਖੋ ਵੈਸ ਕਰਵਾ ਕੇ ਆਉਂਦੇ ਆ, ਜੇ ਕੋਈ ਬੀਐਡ ਕਰਕੇ ਆ ਰਿਹਾ ਇੱਥੇ ਉਹਨੂੰ ਉਹਦੀ ਬੀਐਡ ਦੇ ਬਰਾਬਰ ਜਿਹੜੀ ਹੈਗੀ ਆ ਮਾਨਤਾ ਮਿਲ ਜਾਂਦੀ ਹੈ। ਸਟਿਲ ਜਿਹੜਾ ਹੈਗਾ ਉਹ ਟੀਚਰ ਬਹੁਤ ਛੇਤੀ ਜਿਹੜਾ ਹੈਗਾ ਉਹ ਆਪਣੇ ਪ੍ਰੋਫੈਸ਼ਨ 'ਚ ਐਂਟਰ ਨਹੀਂ ਹੋ ਪਾਉਂਦਾ। ਹਾਲਾਂਕਿ ਉਹਨੂੰ ਇਕੁਇਵਲੈਂਸੀ ਵੀ ਮਿਲ ਗਈ ਹੈ, ਉਹਦੇ ਪੇਪਰ ਲਏ ਜਾ ਸਕਦੇ ਆ। ਐਂ ਤਾਂ ਹੈ ਨਹੀਂ ਕਿ ਦੁਨੀਆ ਦੇ ਵਿੱਚ ਹੋਰ ਕਿਸੇ ਥਾਂ ਦੇ ਉੱਤੇ ਉਸ ਲੈਵਲ ਦੀ ਪੜ੍ਹਾਈ ਹੋਈ ਨਹੀਂ ਹੁੰਦੀ ਜਿਸ ਲੈਵਲ ਦੀ ਕੈਨੇਡਾ ਦੇ ਵਿੱਚ ਹੁੰਦੀ ਹੈ। ਜੇ ਮੇਰੇ ਆਪਣੇ ਨੋਨ ਸਰਕਲ ਦੇ ਵਿੱਚ ਇੱਕ ਡੈਂਟਿਸਟ ਤੇ ਇੱਕ ਜਿਹੜੇ ਹੈਗੇ ਆ ਉਹਨਾਂ ਦੇ ਹਸਬੈਂਡ ਸ਼ਾਇਦ ਇੰਜੀਨੀਅਰ ਨੇ, ਉਹ ਇੱਥੇ ਆਏ ਨੇ 3 ਸਾਲ ਹੋ ਗਏ ਆ ਉਹਨਾਂ ਨੂੰ, ਪਰ ਹਲੇ ਤੱਕ ਉਹਨਾਂ ਦਾ ਕੁਝ ਬਣਿਆ ਨਹੀਂ। ਬਿਲਕੁਲ, ਹਲੇ ਉਹ ਸਰਵਾਈਵਲ ਜੌਬ ਤੇ ਨੇ। ਕੈਨੇਡਾ ਦੇ ਵਿੱਚ ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜੀ ਮਿਨੀਮਮ ਵੇਜ ਹੈਗੀ ਹੈ ਉਹਦੀ ਬੜੋਤਰੀ ਵੇਖ ਲਓ ਤੇ ਤੁਸੀਂ ਇਨਫਲੇਸ਼ਨ ਦੀ ਬੜੋਤਰੀ ਦੇਖ ਲਓ, ਉਹ ਕਿਤੇ ਵੀ ਇੱਕ ਦੂਜੇ ਦੇ ਨਾਲ ਐਟ ਪਾਰ ਨਹੀਂ ਹੈਗੀ। ਕੈਨੇਡਾ ਬੰਦੇ ਤੇ ਬੰਦਾ ਤਾਂ ਬੁਲਾਈ ਜਾ ਰਿਹਾ, ਲੇਕਿਨ ਉਹਨਾਂ ਨੂੰ ਸਿਸਟਮ 'ਚ ਇੰਟੀਗ੍ਰੇਟ ਹੋਣਾ, ਵਰਕਫੋਰਸ 'ਚ ਇੰਟੀਗ੍ਰੇਟ ਹੋਣਾ, ਉਹ ਇੱਕ ਬਹੁਤ ਵੱਡਾ ਇਹਦਾ ਮਤਲਬ ਚੈਲੰਜ ਹੈ, ਖਾਸ ਕਰਕੇ ਜਦੋਂ ਕੁਝ ਸਪੈਸੀਫਿਕ ਪ੍ਰੋਫੈਸ਼ਨਸ ਆਉਂਦੇ ਨੇ। ਇਹਨੂੰ ਇਹੀ ਮੰਨੀ 39 ਐਪਲੀਕੇਸ਼ਨ ਸੀਗੀਆਂ ਕੈਨੇਡਾ ਸਾਈਡ ਤੋਂ ਜਿਹੜੇ ਪਾਇਲਟਸ ਨੇ ਅਪਲਾਈ ਕੀਤਾ ਸੀ ਉਧਰਲੇ ਪਾਸੇ ਫਲਾਈਂਗ ਕਰਨ ਵਾਸਤੇ। ਅੱਛਾ ਜੀ। 2022 ਦੇ ਵਿੱਚ ਉਹ ਵੱਧ ਕੇ 147 ਹੋ ਗਈਆਂ, ਮਤਲਬ 3 ਟਾਈਮਸ। ਹੁਣ 147 ਪਾਇਲਟ ਜਦੋਂ ਕੈਨੇਡਾ ਛੱਡ ਕੇ ਅਮਰੀਕਾ ਵਾਲੇ ਪਾਸੇ ਜਾਣਗੇ, ਉਹ ਘਾਟ ਇੱਥੇ ਕਿਵੇਂ ਪੂਰੀ ਹੋਣੀ ਹੈ? ਇੱਕ ਪਾਇਲਟ ਨੂੰ ਤਿਆਰ ਹੋਣ ਨੂੰ ਇਹ ਤਾਂ ਹੈ ਨਹੀਂ ਵੀ ਤੁਸੀਂ 10 ਦਿਨਾਂ ਦੇ ਵਿੱਚ ਟ੍ਰੇਨਿੰਗ ਦੇ ਕੇ ਕਿਸੇ ਨੂੰ ਪਾਇਲਟ ਬਣਾ ਲਓਗੇ, ਇੱਕ ਸਾਲਾਂ ਬੱਧੀ ਦਾ ਪ੍ਰੋਸੈਸ ਹੈ। ਕੈਨੇਡਾ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੈਂਟਸ ਦੀ ਇੱਕ ਫੇਵਰੇਟ ਡੈਸਟੀਨੇਸ਼ਨ ਬਣਿਆ ਹੋਇਆ, ਪਰ ਕੀ ਇਹ ਫੇਵਰੇਟ ਡੈਸਟੀਨੇਸ਼ਨ ਅੱਗੇ ਵੀ ਫੇਵਰੇਟ ਡੈਸਟੀਨੇਸ਼ਨ ਰਹੇਗਾ? ਇਸ ਬਾਰੇ ਗੱਲ ਕਰਨੀ ਬੜੀ ਜ਼ਰੂਰੀ ਹੈ, ਕਿਉਂਕਿ ਜਿੰਨੀ ਵਾਰ ਇਹ ਗੱਲ ਹੁੰਦੀ ਹੈ ਕਿ ਕੈਨੇਡਾ ਕਿਉਂ ਆਉਣਾ ਹੈ, ਤਾਂ ਇੱਕ ਬੜੀ ਇੰਪੋਰਟੈਂਟ ਗੱਲ ਇਹ ਕੀਤੀ ਜਾਂਦੀ ਹੈ ਕਿ ਇੱਥੇ ਦਾ ਸਿਸਟਮ ਬੜਾ ਵਧੀਆ ਹੈ। ਹਾਂ, ਸ਼ਾਇਦ ਕੈਨੇਡਾ ਨੇ ਆਪਣਾ ਇੱਕ ਸਿਸਟਮ ਬੜਾ ਵਧੀਆ ਡਿਵੈਲਪ ਕਰ ਲਿਆ ਹੈ, ਪਰ ਹੁਣ ਉਸ ਸਿਸਟਮ ਵਿੱਚ ਕਰੈਕਸ ਨਜ਼ਰ ਆ ਰਹੇ ਨੇ, ਜਾਂ ਐਂ ਕਹਿ ਲਓ ਕਿ ਉਸ ਸਿਸਟਮ ਨੂੰ ਅਪਡੇਟ ਹੋਣ ਦੀ ਲੋੜ ਹੈ। ਜਿਵੇਂ ਸਾਡੇ ਕੰਪਿਊਟਰ ਹੁੰਦੇ ਰਹਿੰਦੇ ਨੇ, ਉਹਦੀ ਕਮੀ ਕਰਕੇ ਹੁਣ ਬਹੁਤ ਲੋਕ ਕੈਨੇਡਾ ਨੂੰ ਛੱਡ ਕੇ ਵੀ ਜਾ ਰਹੇ ਨੇ। ਰਿਵਰਸ ਮਾਈਗ੍ਰੇਸ਼ਨ ਕਿੰਨਾ ਕੁ ਸੱਚ ਹੈ ਕਿੰਨਾ ਨਹੀਂ, ਇਹ ਤਾਂ ਨਹੀਂ ਪਤਾ, ਪਰ ਇੱਕ ਸੱਚ ਇਹ ਜ਼ਰੂਰ ਹੈ ਕਿ ਇੱਕ ਸਰਵੇ ਕਹਿੰਦਾ ਹੈ ਕਿ ਨਿਊ ਕਮਰਸ ਜਿਹੜੇ ਨੇ ਉਹਨਾਂ 'ਚੋਂ 30% ਅਗਲੇ 2 ਸਾਲਾਂ ਵਿੱਚ ਕੈਨੇਡਾ ਨੂੰ ਛੱਡ ਕੇ ਹੋਰਨਾਂ ਦੇਸ਼ਾਂ ਵੱਲ ਦਾ ਰੁਖ ਕਰ ਸਕਦੇ ਨੇ, ਜਿਹਦੇ ਵਿੱਚ US ਇੱਕ ਬੜੀ ਇੰਪੋਰਟੈਂਟ ਜਾਂ ਫੇਵਰੇਟ ਡੈਸਟੀਨੇਸ਼ਨ ਮੰਨੀ ਜਾਂਦੀ ਹੈ। ਕੈਨੇਡਾ ਖੁਦ ਇੱਕ ਡੈਸਟੀਨੇਸ਼ਨ ਦੀ ਜਗ੍ਹਾ ਇੱਕ ਸਟਾਪ ਓਵਰ ਬਣਦਾ ਜਾ ਰਿਹਾ ਹੈ ਤੇ ਲੋਕ ਇਸ ਤੋਂ ਅੱਗੇ ਦਾ ਸੋਚਣ ਲੱਗ ਗਏ ਨੇ। ਇਸ ਬਾਰੇ ਸਾਰੀ ਗੱਲਬਾਤ ਕਰਾਂਗੇ। ਜਤਿੰਦਰ ਜੀ ਮੇਰੇ ਨਾਲ ਨੇ। ਜਤਿੰਦਰ ਜੀ, ਤੁਸੀਂ ਵੀ ਇਹ ਰੁਝਾਨ ਦੇਖਿਆ? ਮੈਂ ਤੁਹਾਡੀ ਉਸੇ ਗੱਲ ਤੋਂ ਸ਼ੁਰੂ ਕਰਨਾ ਚਾਹੁੰਦਾ ਜੀ ਜਿੱਥੇ ਤੁਸੀਂ ਸਿਸਟਮ ਅਪਡੇਟ ਹੋਣ ਦੀ ਗੱਲ ਕਹੀ ਸੀ। ਹੁਣ ਜਿਵੇਂ ਪਿਛਲੇ ਸਮੇਂ 'ਚ ਆਪਾਂ ਦੇਖਿਆ ਵਿੰਡੋਜ਼ ਨਵੀਆਂ ਆ ਜਾਂਦੀਆਂ ਤੇ ਫਿਰ ਤੁਹਾਡਾ ਲੈਪਟਾਪ ਜਿਹੜਾ ਹੈਗਾ ਉਹ ਕੰਮ ਕਰਨਾ ਬੰਦ ਕਰ ਦਿੰਦਾ। ਉਹ ਨਵੀਆਂ ਜਿਹੜੇ ਵਿੰਡੋਜ਼ ਦੇ ਵਰਜ਼ਨ ਹੁੰਦੇ ਆ ਫਿਰ ਉਹਦੇ 'ਤੇ ਇੰਸਟਾਲ ਹੀ ਨਹੀਂ ਹੁੰਦੇ ਜੀ, ਕਿਉਂਕਿ ਆਪਾਂ ਸਿੱਧੇ ਜੇ ਸ਼ਬਦਾਂ 'ਚ ਪੰਜਾਬੀ 'ਚ ਗੱਲ ਸਮਝੀਏ ਵੀ ਉਹ ਫਿਰ ਉਹਦਾ ਭਾਰ ਨਹੀਂ ਚੱਕ ਸਕਦੇ ਜੀ। ਕੈਨੇਡਾ ਬਹੁਤ ਵਧੀਆ ਕੰਟਰੀ ਹੈ, ਇਸੇ ਕਰਕੇ ਸਾਡਾ ਇਹ ਫੇਵਰੇਟ ਡੈਸਟੀਨੇਸ਼ਨ ਰਿਹਾ ਵੀ ਹੈ ਤੇ ਹਲੇ ਵੀ ਹੈਗਾ ਜੀ। ਜਿਹੜੇ ਲੋਕ ਇੱਥੇ ਨਹੀਂ ਪਹੁੰਚੇ ਹਲੇ, ਉਹਨਾਂ ਵਾਸਤੇ ਹਲੇ ਵੀ ਇਹ ਫੇਵਰੇਟ ਡੈਸਟੀਨੇਸ਼ਨ ਹੈਗਾ। ਕੈਨੇਡਾ ਦੇ ਇਨਫਰਾਸਟਰਕਚਰ ਨੂੰ ਜਿਸ ਸਪੀਡ ਦੇ ਉੱਤੇ, ਜਿਸ ਪ੍ਰੋਰੇਟਾ ਬੇਸਿਸ ਤੇ ਅਪਡੇਟ ਕੀਤਾ ਜਾਣਾ ਚਾਹੀਦਾ ਸੀ, ਹੁਣ ਸਰਕਾਰ ਵੀ ਇਸ ਚੀਜ਼ ਨੂੰ ਮੰਨਣ ਲੱਗ ਪਈ ਹੈ ਕਿ ਉਹ ਨਹੀਂ ਹੋਇਆ। ਲੋਕਾਂ ਦੀ ਆਮਦ, ਲੋਕਾਂ ਦੀ ਗਿਣਤੀ ਜਿਹੜੀ ਸੀਗੀ ਉਹ ਇੰਨੀ ਕੁ ਜ਼ਿਆਦਾ ਹੈ ਤੇ ਉਹ ਸਿਸਟਮਸ ਉਸ ਸਪੀਡ ਦੇ ਉੱਤੇ ਅਪਡੇਟ ਨਹੀਂ ਹੋਏ। ਦੂਜੀ ਗੱਲ, ਸਿਸਟਮਸ ਇੰਨੇ ਕੰਪਲੀਕੇਟਡ ਹੈਗੇ ਆ, ਕਿਸੇ ਨੇ ਵੀ ਆ ਕੇ ਜੇ ਉਸ ਪ੍ਰੋਫੈਸ਼ਨ ਦੇ ਵਿੱਚ ਐਂਟਰ ਹੋਣਾ, ਮੈਂ ਹੁਣ ਕੱਲ੍ਹ ਪਰਸੋਂ ਕਿਸੇ ਦੀ ਇੰਟਰਵਿਊ ਕਰ ਰਿਹਾ ਸੀਗਾ, ਉਹ ਬਾਈ ਪ੍ਰੋਫੈਸ਼ਨ ਆਰਕੀਟੈਕਟ ਸੀਗੇ। ਠੀਕ ਹੈ, ਪਾਕਿਸਤਾਨੀ ਨੇ, ਉਹ ਸਾਊਦੀ 'ਚ ਉਹਨਾਂ ਨੇ ਕੰਮ ਕੀਤਾ ਹੈਗਾ, ਬੜੇ ਉੱਚੇ ਲੈਵਲ 'ਤੇ ਕੰਮ ਕਰਦੇ ਸੀ, ਤੇ ਕੈਨੇਡਾ ਆ ਕੇ ਦੁਬਾਰਾ ਆਪਣੇ ਫੀਲਡ ਦੇ ਵਿੱਚ ਐਂਟਰ ਕਰਨ ਨੂੰ ਉਹ ਕਹਿੰਦੇ ਮੈਨੂੰ 6 ਸਾਲ ਲੱਗ ਗਏ। ਜਿਹੜਾ ਇੱਥੇ ਉਹਨਾਂ ਨੂੰ ਲਾਇਸੈਂਸ ਲੈਣਾ ਪਿਆ ਜਾਂ ਜਿਹੜੀ ਇੱਥੇ ਆ ਕੇ ਸਰਟੀਫਿਕੇਸ਼ਨ ਲੈਣੀ ਪਈ, ਉਹ 6 ਸਾਲ ਉਹਨਾਂ ਨੂੰ ਲੱਗੇ। ਪਰ ਇਸ ਗੱਲ ਨੂੰ ਐਵੇਂ ਵੀ ਦੇਖਿਆ ਜਾਂਦਾ ਕਿ ਇੱਥੇ ਕੁਆਲਿਟੀ ਮੇਨਟੇਨ ਕਰਨ ਲਈ ਰਿਗਰਸ ਟੈਸਟਿੰਗ ਕਰਦੇ ਨੇ। ਜੇ ਹੁਣ ਆਪਾਂ ਜਿਵੇਂ ਆਪਾਂ ਦੇਖੋ ਵੈਸ ਕਰਵਾ ਕੇ ਆਉਂਦੇ ਆ, ਜੇ ਕੋਈ ਬੀਐਡ ਕਰਕੇ ਆ ਰਿਹਾ ਇੱਥੇ ਉਹਨੂੰ ਉਹਦੀ ਬੀਐਡ ਦੇ ਬਰਾਬਰ ਜਿਹੜੀ ਹੈਗੀ ਆ ਮਾਨਤਾ ਮਿਲ ਜਾਂਦੀ ਹੈ। ਸਟਿਲ ਜਿਹੜਾ ਹੈਗਾ ਉਹ ਟੀਚਰ ਬਹੁਤ ਛੇਤੀ ਜਿਹੜਾ ਹੈਗਾ ਉਹ ਆਪਣੇ ਪ੍ਰੋਫੈਸ਼ਨ 'ਚ ਐਂਟਰ ਨਹੀਂ ਹੋ ਪਾਉਂਦਾ। ਹਾਲਾਂਕਿ ਉਹਨੂੰ ਇਕੁਇਵਲੈਂਸੀ ਵੀ ਮਿਲ ਗਈ ਹੈ, ਉਹਦੇ ਪੇਪਰ ਲਏ ਜਾ ਸਕਦੇ ਆ। ਐਂ ਤਾਂ ਹੈ ਨਹੀਂ ਕਿ ਦੁਨੀਆ ਦੇ ਵਿੱਚ ਹੋਰ ਕਿਸੇ ਥਾਂ ਦੇ ਉੱਤੇ ਉਸ ਲੈਵਲ ਦੀ ਪੜ੍ਹਾਈ ਹੋਈ ਨਹੀਂ ਹੁੰਦੀ ਜਿਸ ਲੈਵਲ ਦੀ ਕੈਨੇਡਾ ਦੇ ਵਿੱਚ ਹੁੰਦੀ ਹੈ। ਜਿਹੇ ਜਿਹੀਆਂ ਇਮਾਰਤਾਂ ਬਾਕੀ ਦੇਸ਼ਾਂ ਦੇ ਵਿੱਚ, ਸਾਊਦੀ ਦੇ ਵਿੱਚ ਜਿਹੜਾ ਬੰਦਾ ਕੰਮ ਕਰਿਆ ਆ, ਮੈਂ ਜਿਹਦੀ ਐਗਜ਼ਾਮਪਲ ਲਈ ਹੈ, ਉਹਨੂੰ ਇੱਥੇ ਆ ਕੇ ਜੇ ਉਹਨੇ ਸੇਮ ਉਹ ਆਰਕੀਟੈਕਚਰ ਦਾ ਕੰਮ ਕਰਨਾ ਹੋਵੇ, ਠੀਕ ਹੈ ਇੱਥੋਂ ਦੀਆਂ ਰਿਕੁਆਇਰਮੈਂਟ ਡਿਫਰੈਂਟ ਹੈਗੀਆਂ, ਇੱਥੋਂ ਦੇ ਸਟਰਕਚਰ ਡਿਫਰੈਂਟ ਹੈਗੇ, ਪਰ ਉਹਨੂੰ ਕਿੰਨਾ ਚਿਰ ਲੱਗ ਜਾਊਗਾ ਪੜ੍ਹਨ ਨੂੰ। ਮੈਡੀਕਲ ਪ੍ਰੋਫੈਸ਼ਨ ਦੀ ਗੱਲ ਕਰ ਲਓ, ਡਾਕਟਰਸ ਹੈਗੇ ਆ, ਕਿੱਡਾ ਵੱਡਾ ਇੱਕ ਕਹਿ ਲਓ ਕਿ ਇਹਦੇ ਵਿੱਚ ਗੈਪ ਹੈ ਡਿਮਾਂਡ ਅਤੇ ਸਪਲਾਈ ਦੇ ਵਿੱਚ। ਐਸਾ ਨਹੀਂ ਹੈ ਕਿ ਇੱਥੇ ਡਾਕਟਰਸ ਆ ਨਹੀਂ ਰਹੇ, ਬੜੀ ਵੱਡੀ ਗਿਣਤੀ ਦੇ ਵਿੱਚ। ਮੇਰੇ ਆਪਣੇ ਨੋਨ ਸਰਕਲ ਦੇ ਵਿੱਚ ਇੱਕ ਡੈਂਟਿਸਟ ਤੇ ਇੱਕ ਜਿਹੜੇ ਹੈਗੇ ਆ ਉਹਨਾਂ ਦੇ ਹਸਬੈਂਡ ਸ਼ਾਇਦ ਇੰਜੀਨੀਅਰ ਨੇ, ਉਹ ਇੱਥੇ ਆਏ ਨੇ 3 ਸਾਲ ਹੋ ਗਏ ਉਹਨਾਂ ਨੂੰ, ਪਰ ਹਲੇ ਤੱਕ ਉਹਨਾਂ ਦਾ ਕੁਝ ਬਣਿਆ ਨਹੀਂ। ਬਿਲਕੁਲ, ਹਲੇ ਉਹ ਸਰਵਾਈਵਲ ਜੌਬ ਤੇ ਨੇ। ਇੱਥੇ ਆ ਕੇ ਬਾਹਰ ਦੀ ਪੜ੍ਹਾਈ ਨਾਲ ਡਾਕਟਰ ਲੱਗਣਾ ਤਾਂ ਇੰਪੋਸੀਬਲ ਹੈ, ਤੇ ਫਿਰ ਆਪਾਂ ਕਹਿੰਦੇ ਜੀ ਸਾਡੇ ਕੋਲ ਹੈਲਥ ਕੇਅਰ ਵਰਕਰ ਹੈ ਨਹੀਂ, ਡਾਕਟਰ ਹੈ ਨਹੀਂ ਗੇ, ਪਰ ਇਹ ਗੈਪ ਨੂੰ ਪਲੱਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।
ਪਲੱਗ ਜੇ ਕਰਨ ਵੀ ਤਾਂ ਫਿਰ ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਹੈਗੀਆਂ ਉਹਦੇ ਪ੍ਰੋਫੈਸ਼ਨ ਦੇ ਮੁਤਾਬਕ ਉਹ ਪੂਰੀਆਂ ਨਹੀਂ ਪੈਂਦੀਆਂ। ਕੈਨੇਡਾ ਦੇ ਵਿੱਚ ਕੋਈ ਟਾਈਮ ਸੀਗਾ ਲੋਕ ਹੁਣ ਦੱਸਦੇ ਆ ਬਈ ਉਹ $60-70 ਨਾਲ ਕਾਰਟ ਭਰ ਜਾਂਦੀ ਸੀ ਉਹਨਾਂ ਦੀ ਗਰੋਸਰੀ ਦੀ। ਜੀ ਜੀ ਜੀ। ਜਿਸ ਸਪੀਡ ਦੇ ਨਾਲ ਮਹਿੰਗਾਈ ਵਧੀ ਆ, ਹੁਣ ਇੰਡੀਆ ਦੇ ਵਿੱਚ ਆਪਣੇ ਇੱਕ ਡੀਏ ਮਿਲਦਾ ਹੁੰਦਾ, ਡੀਅਰਨੈਸ ਅਨਾਊਂਸ, ਮਹਿੰਗਾਈ ਭੱਤਾ ਪੰਜਾਬੀ 'ਚ ਆਪਾਂ ਕਹਿ ਦਿੰਦੇ ਆ, ਜਿਨ੍ਹਾਂ ਨੂੰ ਜਿੱਥੇ ਵੀ ਕਿਤੇ ਤੁਸੀਂ ਨੌਕਰੀ ਕਰਦੇ ਹੋ ਉਹਦੇ ਵਿੱਚ ਉਹ ਐਡਡ ਹੁੰਦਾ ਹੈਗਾ। ਉਹ ਕਾਹਦੇ ਵਾਸਤੇ ਦਿੱਤਾ ਜਾਂਦਾ? ਲੋਕਾਂ ਦੀ ਪਰਚੇਜ਼ ਪਾਵਰ ਜਿਹੜੀ ਹੈਗੀ ਆ, ਖਰੀਦ ਸ਼ਕਤੀ ਜਿਹੜੀ ਹੈਗੀ ਆ ਉਹ ਬਰਕਰਾਰ ਰਹੇ। ਜਿਹੜੇ ਰੇਟ ਤੇ ਮਹਿੰਗਾਈ ਵਧਦੀ ਆ ਉਸ ਰੇਟ ਦੇ ਉੱਤੇ ਮਹਿੰਗਾਈ ਭੱਤਾ ਤਾਂ ਨਹੀਂ ਵਧਾਉਂਦੇ ਜੀ, ਪਰ ਕੁਛ ਨਾ ਕੁਛ ਉਹਨੂੰ ਉਹ ਫਿਰ ਵੀ ਐਟਲੀਸਟ ਸਬਸਟੀਟਿਊਟ ਕਰਦਾ। ਕੈਨੇਡਾ ਦੇ ਵਿੱਚ ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜੀ ਮਿਨੀਮਮ ਵੇਜ ਹੈਗੀ ਹੈ ਉਹਦੀ ਬੜੋਤਰੀ ਵੇਖ ਲਓ ਤੇ ਤੁਸੀਂ ਇਨਫਲੇਸ਼ਨ ਦੀ ਬੜੋਤਰੀ ਦੇਖ ਲਓ, ਉਹ ਕਿਤੇ ਵੀ ਇੱਕ ਦੂਜੇ ਦੇ ਨਾਲ ਐਟ ਪਾਰ ਨਹੀਂ ਹੈਗੀਆਂ। ਉਹੀ ਕਾਰਨ ਨੇ ਹੁਣ ਤੁਹਾਨੂੰ ਵੱਖ-ਵੱਖ ਥਾਵਾਂ ਦੇ ਉੱਤੇ ਸਟ੍ਰਾਈਕਸ ਆ, ਹੁਣੇ ਮੈਟਰੋ ਦੀ ਸਟ੍ਰਾਈਕ ਖਤਮ ਹੋਈ ਹੈ, ਉਸ ਤੋਂ ਪਹਿਲਾਂ ਤੁਸੀਂ ਦੇਖਿਆ ਪੋਰਟ ਵਰਕਰਸ ਦੀ ਸਟ੍ਰਾਈਕ ਹੋਈ, ਉਸ ਤੋਂ ਪਹਿਲਾਂ ਜਿੰਨੇ ਸਰਕਾਰੀ ਮੁਲਾਜ਼ਮ ਸੀਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਕੰਮ ਰੁਕ ਗਿਆ ਸੀਗਾ, ਉਹਨਾਂ ਦੀ ਸਟ੍ਰਾਈਕ ਹੋਈ। ਉਹ ਸਟ੍ਰਾਈਕਸ ਦੇ ਵਿੱਚ ਇੱਕੋ ਇੱਕ ਮੁੱਦਾ ਜਿਹੜਾ ਸੀਗਾ ਸਭ ਤੋਂ ਵੱਡਾ ਉਹ ਇਹੀ ਸੀ ਵੀ ਜਿਸ ਰੇਟ ਦੇ ਉੱਤੇ ਮਹਿੰਗਾਈ ਵਧੀ ਹੈ ਉਸ ਰੇਟ ਦੇ ਉੱਤੇ ਮਿਨੀਮਮ ਵੇਜ ਦਾ ਘੱਟੋ-ਘੱਟ ਵਧਾਓ ਜੀ। ਸੋ ਉਹ ਲੋਕ ਜਿਹੜੇ ਹੈਗੇ ਆ ਉਹਦੇ ਨਾਲ ਜਦੋਂ ਕੋਪ ਅਪ ਨਹੀਂ ਕਰ ਪਾਉਂਦੇ ਫਿਰ ਉਹਨਾਂ ਨੂੰ ਲੱਗਦਾ ਕਿ ਸਾਨੂੰ ਕਿਸੇ ਬੈਟਰ ਜਗ੍ਹਾ ਦੇ ਉੱਤੇ ਜਿੱਥੇ ਤਨਖਾਹ ਮਿਲ ਸਕਦੀ ਹੈ ਸਾਨੂੰ ਉਧਰ ਨੂੰ ਰੁਖ ਕਰਨਾ ਚਾਹੀਦਾ। ਤੇ ਇਹ ਕੰਪੈਰੀਜ਼ਨ ਬੜੇ ਸੌਖੇ ਨੇ, ਲੋਕੀ ਨਾਇਗਰਾ ਦੀ ਐਗਜ਼ਾਮਪਲ ਦੇ ਦਿੰਦੇ ਕਿ ਨਾਇਗਰਾ ਦੇ ਇਸ ਪਾਸੇ ਉਹੀ ਪ੍ਰਾਪਰਟੀ ਕਿੰਨੀ ਜ਼ਿਆਦਾ ਮਹਿੰਗੀ ਹੈ, ਉਸ ਪਾਸੇ ਸਸਤੀ ਹੈ, ਜਾਂ ਗਰੋਸਰੀ ਨੂੰ ਕੰਪੇਅਰ ਕਰ ਲੈਂਦੇ ਨੇ। ਸਾਡੇ ਟਰੱਕਰ ਵੀਰ ਕਈ ਜਾਂਦੇ ਨੇ, ਉਹ ਦੱਸਦੇ ਨੇ ਗਰੋਸਰੀ ਈਵਨ LCBO ਜਿਹੜੇ ਉੱਥੇ ਦੇ LCBOs ਹੋਣਗੇ ਉੱਥੇ ਸ਼ਰਾਬ ਬੜੀ ਸਸਤੀ ਹੈ, ਚੀਜ਼ਾਂ ਸਸਤੀਆਂ ਹੀ ਬਹੁਤ ਨੇ ਉੱਥੇ ਨਾਲੋਂ। ਸੋ ਤੁਹਾਡੀ ਕਾਸਟ ਆਫ ਲਿਵਿੰਗ ਆਲਰੇਡੀ US 'ਚ ਘੱਟ ਹੈ, ਉਹਨੂੰ ਦਿਖ ਰਿਹਾ ਲੋਕਾਂ ਨੂੰ। ਸੋ ਇਹ ਵੀ ਕਾਰਨ ਹੋ ਸਕਦਾ। ਚੀਜ਼ਾਂ ਸਸਤੀਆਂ ਵੀ ਹੈ ਤੇ ਉੱਥੇ ਜਿਹੜੀ ਸੈਲਰੀ ਹੈ, ਜਿਹੜੇ ਵੇਜਿਸ ਆ ਉਹ ਜ਼ਿਆਦਾ ਹੈ। ਮੈਂ ਕਿਸੇ ਨੂੰ ਜਾਣਦਾ ਜਿਹੜੇ ਕਿ ਸਿਆਟਲ ਉਹਨਾਂ ਦਾ ਐਮਾਜ਼ੋਨ ਦੇ ਵਿੱਚ ਉਹ ਜੌਬ ਕਰਦੇ ਆ, ਘਰ ਉਹਨਾਂ ਨੇ ਜਿਹੜਾ ਹੈਗਾ ਉਹ ਕੈਨੇਡਾ ਦੇ ਵਿੱਚ ਵੈਨਕੂਵਰ ਲਿਆ ਹੋਇਆ, ਸਰੀ ਲਿਆ ਹੋਇਆ ਟੂ ਬੀ ਵੈਰੀ ਪਾਰਟੀਕੂਲਰ। ਉਹ ਉਹਨਾਂ ਨੇ ਹਫਤੇ 'ਚ 2 ਦਿਨ ਜਾਣਾ ਹੁੰਦਾ, ਉਹਨਾਂ ਨੂੰ ਟਰੈਵਲ ਕਰਨਾ ਔਖਾ ਨਹੀਂ ਲੱਗਦਾ। ਮੈਂ ਉਹਨਾਂ ਨੂੰ ਪੁੱਛਿਆ ਸੀਗਾ ਐਮਾਜ਼ੋਨ ਦਾ ਜਿਹੜਾ ਆਫਿਸ ਹੈਗਾ ਉਹ ਵੈਨਕੂਵਰ 'ਚ ਵੀ ਆ ਚੁੱਕਿਆ ਹੈ। ਮੈਂ ਕਿਹਾ ਵੀ ਤੁਸੀਂ ਇਹਨਾਂ ਟਰੈਵਲ ਕਰਨਾ ਪੈਂਦਾ, ਤੁਸੀਂ ਲੋਕਲ ਕਿਉਂ ਨਹੀਂ ਕਰਾਉਂਦੇ? ਕਹਿੰਦੇ ਜੀ ਸਾਡੀ ਸੈਲਰੀ ਦਾ ਬਹੁਤ ਜ਼ਿਆਦਾ ਫਰਕ ਹੈ, ਦੁੱਗਣੇ ਤੋਂ ਜ਼ਿਆਦਾ ਦਾ ਫਰਕ ਹੈ ਸੈਲਰੀ ਦਾ। ਠੀਕ ਹੈ। ਹੁਣ ਉਹ ਕਹਿੰਦੇ ਵੀ ਇੱਕ ਤਾਂ $US ਦੇ ਵਿੱਚ, ਇੱਕ ਵੈਸੇ ਦੁੱਗਣੇ ਤੋਂ ਜ਼ਿਆਦਾ ਦਾ ਫਰਕ ਹੈ। ਅਸੀਂ ਤਾਂ ਕਹਿੰਦੇ ਇੱਥੇ ਆ ਕੇ ਸਾਨੂੰ ਤਾਂ ਮਤਲਬ ਫਰੀ ਵਾਂਗੂ ਲੱਗਦਾ ਹੈਗਾ, ਜੇ ਅਸੀਂ ਆਪਣੀ ਪ੍ਰਾਪਰਟੀ ਵੀ ਬਣਾ ਲਈ, ਅਸੀਂ ਇੱਧਰਲੇ ਪਾਸੇ ਆਪਣੇ ਸਿਟੀਜ਼ਨ ਵੀ ਹੋ ਗਏ ਹਾਂ, ਪਲੱਸ ਅਸੀਂ ਜੌਬ ਉੱਧਰ ਕਰਕੇ ਅਸੀਂ ਡਾਲਰ ਉੱਧਰਲੇ ਕਮਾ ਰਹੇ ਹਾਂ। ਅੱਛਾ, ਵੈਸੇ ਨਾ ਕੋਈ ਇਮੀਗ੍ਰੇਸ਼ਨ ਦਾ ਐਵੇਂ ਦਾ ਡੇਟਾ ਨਹੀਂ ਹੈ ਕਿ ਇਮੀਗ੍ਰੈਂਟ ਕੈਨੇਡਾ ਆ ਕੇ ਅੱਗੇ US ਜਾ ਰਿਹਾ, ਰਾਈਟ? ਇਹ ਤਾਂ ਕਿਉਂਕਿ ਸਟੱਡੀ ਕੀਤਾ ਜਾ ਸਕਦਾ ਹੈ ਕਿ ਕਿੰਨੇ ਸਿਟੀਜ਼ਨ ਬਣ ਰਹੇ ਹੈ। ਲੇਕਿਨ ਫਿਰ ਮੈਂ ਇੱਕ ਚੀਜ਼ ਕੀਤੀ, ਮੈਂ ਦੇਖਿਆ ਕਿ ਕਿੰਨੇ ਕੈਨੇਡੀਅਨ US ਨੂੰ ਮੂਵ ਹੋ ਰਹੇ ਨੇ। ਉਹ ਨੰਬਰ ਲਗਾਤਾਰ ਘਟਦਾ ਜਾ ਰਿਹਾ, ਜਿਹੜਾ ਆਫੀਸ਼ੀਅਲ ਡੇਟਾ ਹੈ। ਲੇਕਿਨ ਸਾਨੂੰ ਇਹ ਪਤਾ ਹੈ ਕਿ US 'ਚ ਲੋਕ ਬਹੁਤ ਜਾ ਰਹੇ ਨੇ। ਸੋ ਇਹਦਾ ਮਤਲਬ ਇਹ ਬੜੀ ਕਲੀਅਰ ਜੀ ਚੀਜ਼ ਹੈ ਕਿ ਇਮੀਗ੍ਰੈਂਟ ਹੀ ਉਹ ਹੈ ਜਿਹੜਾ ਇੱਥੇ ਪੱਕਾ ਨਹੀਂ ਹੋਇਆ ਜਾਂ ਸਿਟੀਜ਼ਨ ਨਹੀਂ ਬਣਿਆ, ਉਹੀ ਇਹ ਸੋਚ ਰਿਹਾ ਕਿ ਇੱਥੇ ਨਹੀਂ ਰਹਿਣਾ, ਇੱਥੋਂ US ਨੂੰ ਨਿਕਲਦੇ ਆ। ਬਿਲਕੁਲ। ਤੁਸੀਂ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, ਇੱਥੇ ਅਕਸਰ ਗੱਲ ਹੁੰਦੀ ਆ, ਆਪਾਂ ਕਹਿੰਦੇ ਆ ਜਿਵੇਂ ਆਪਾਂ ਸ਼ੁਰੂ ਗੱਲ ਜਿੱਥੋਂ ਕੀਤੀ ਸੀਗੀ ਵੀ ਮੈਡੀਕਲ ਸਹੂਲਤਾਂ ਦੇ ਵਿੱਚ ਜਿਹੜੀ ਘਾਟ ਆ ਹਿਊਮਨ ਰਿਸੋਰਸ ਦੀ ਉਹ ਪੂਰੀ ਨਹੀਂ ਹੋ ਰਹੀ। ਜਿੰਨੇ ਬੱਚੇ ਇੱਧਰਲੇ ਪਾਸੇ ਨਰਸਿੰਗ ਕਰਦੇ ਆ ਉਹਨਾਂ ਦੀ ਪਹਿਲ ਇਹ ਹੁੰਦੀ ਹੈ ਕਿ ਅਸੀਂ ਬਾਰਡਰ ਦੇ ਪਰਲੇ ਪਾਸੇ ਮਤਲਬ ਸਾਊਥ ਸਾਈਡ ਤੇ ਅਮਰੀਕਾ ਵਾਲੇ ਪਾਸੇ ਜਾ ਕੇ ਜੌਬ ਕਰੀਏ। ਕਿਉਂ? ਨਰਸਿੰਗ ਦੇ ਵਿੱਚ ਇਹ ਇੱਕ ਬੜਾ ਵੱਡਾ, ਹੁਣ ਇੱਥੇ ਓਨਟਾਰੀਓ ਦੇ ਵਿੱਚ ਖਾਸ ਕਰਕੇ ਆਪਾਂ ਗੱਲ ਕਰੀਏ, ਉਹਨਾਂ ਨੂੰ ਵੇਜਿਸ ਹੀ ਨਹੀਂ ਵਧੇ। ਸੋ ਉਹਨਾਂ ਨੂੰ ਉਧਰਲੇ ਪਾਸੇ ਬੈਟਰ ਓਪਰਚੁਨਿਟੀਜ਼ ਮਿਲਦੀਆਂ ਹੈਗੀਆਂ, ਉਹਨਾਂ ਨੂੰ ਬੈਟਰ ਸੈਲਰੀ ਮਿਲਦੀ ਹੈ। ਕੱਲ੍ਹ ਦੀ ਖਬਰ ਲੈ ਲਓ, ਏਵੀਏਸ਼ਨ ਇੰਡਸਟਰੀ ਦੇ ਵਿੱਚ ਬੜਾ ਵੱਡਾ ਕ੍ਰਾਈਸਿਸ ਆਉਣ ਵਾਲਾ ਹੈ। ਤੁਸੀਂ ਸੁਣਿਆ ਹੋਣਾ 에ਅਰ ਕੈਨੇਡਾ ਨੇ ਕਹਿਤਾ ਕਿ ਕੈਲਗਰੀ ਤੋਂ ਅਸੀਂ ਅਕਤੂਬਰ ਐਂਡ ਦੇ ਜਿਹੜਾ ਆਖਰੀ ਹਫਤਾ ਹੈਗਾ ਉਸ ਤੋਂ ਬਾਅਦ ਅਸੀਂ 6-7 ਫਲਾਈਟਸ ਜਿਹੜੀਆਂ ਹੈਗੀਆਂ ਘੱਟ ਕਰ ਦੇਣੀਆਂ ਡਿਊ ਟੂ ਪ੍ਰੈਸ਼ਰ ਔਨ ਰਿਸੋਰਸਿਸ। ਪ੍ਰੈਸ਼ਰ ਔਨ ਰਿਸੋਰਸਿਸ ਕੋਈ ਤੇਲ ਦੀ ਘਾਟ ਨਹੀਂ ਹੈ, ਪ੍ਰੈਸ਼ਰ ਔਨ ਹਿਊਮਨ ਰਿਸੋਰਸ ਹੈ ਬੇਸਿਕਲੀ। ਉਹਨਾਂ ਕੋਲੇ ਪਾਇਲਟਾਂ ਦੀ ਘਾਟ ਹੈ। ਕੈਨੇਡਾ ਦੇ ਵਿੱਚ ਆਲਰੇਡੀ ਪਾਇਲਟ ਘੱਟ ਨੇ। ਜੇ ਆਪਾਂ ਡੇਟਾ ਦੀ ਗੱਲ ਕਰੀਏ 2021 ਦੇ ਵਿੱਚ ਸਿਰਫ 39 ਐਪਲੀਕੇਸ਼ਨਸ ਸੀਗੀਆਂ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਜੋ US ਦਾ ਮਹਿਕਮਾ, ਉਹਨਾਂ ਨੇ ਅੰਕੜੇ ਜਾਰੀ ਕੀਤੇ ਆ। 39 ਐਪਲੀਕੇਸ਼ਨ ਸੀਗੀਆਂ ਕੈਨੇਡਾ ਸਾਈਡ ਤੋਂ ਜਿਹੜੇ ਪਾਇਲਟਸ ਨੇ ਅਪਲਾਈ ਕੀਤਾ ਸੀ ਉਧਰਲੇ ਪਾਸੇ ਫਲਾਈਂਗ ਕਰਨ ਵਾਸਤੇ। ਅੱਛਾ ਜੀ। 2022 ਦੇ ਵਿੱਚ ਉਹ ਵੱਧ ਕੇ 147 ਹੋ ਗਈਆਂ, ਮਤਲਬ 3 ਟਾਈਮਸ। ਹੁਣ 147 ਪਾਇਲਟ ਜਦੋਂ ਕੈਨੇਡਾ ਛੱਡ ਕੇ ਅਮਰੀਕਾ ਵਾਲੇ ਪਾਸੇ ਜਾਣਗੇ, ਉਹ ਘਾਟ ਇੱਥੇ ਕਿਵੇਂ ਪੂਰੀ ਹੋਣੀ ਹੈ? ਇੱਕ ਪਾਇਲਟ ਨੂੰ ਤਿਆਰ ਹੋਣ ਨੂੰ ਇਹ ਤਾਂ ਹੈ ਨਹੀਂ ਵੀ ਤੁਸੀਂ 10 ਦਿਨਾਂ ਦੇ ਵਿੱਚ ਟ੍ਰੇਨਿੰਗ ਦੇ ਕੇ ਕਿਸੇ ਨੂੰ ਪਾਇਲਟ ਬਣਾ ਲਓਗੇ। ਇਹ ਇੱਕ ਸਾਲਾਂ ਬੱਧੀ ਦਾ ਪ੍ਰੋਸੈਸ ਹੈ। ਸੋ ਰਿਟੈਂਸ਼ਨ ਜਿਹੜੀ ਹੈਗੀ ਹੈ ਨਾ, ਰਿਟੈਂਸ਼ਨ ਦੀ ਘਾਟ ਹੋ ਰਹੀ ਹੈ। ਕੋਈ ਵੀ ਪ੍ਰੋਫੈਸ਼ਨਲ ਜਿਹੜਾ ਹੈਗਾ ਜਦੋਂ ਉਹਦੇ ਕੋਲੇ ਇੱਧਰਲਾ ਪਾਸਪੋਰਟ ਆ ਜਾਂਦਾ, ਜਦੋਂ ਉਹਨੂੰ ਪਤਾ ਕਿ ਮੈਂ ਹੁਣ ਈਜ਼ੀਲੀ ਜਿਹੜਾ ਹੈਗਾ ਟਰੈਵਲ ਕਰ ਸਕਦਾ, ਦੇਖੋ ਬੈਟਰ ਓਪਰਚੁਨਿਟੀ ਵਾਸਤੇ ਕੋਈ ਜਾ ਰਿਹਾ ਉਹ ਪਾਪ ਨਹੀਂ ਕਰ ਰਿਹਾ। ਅਸੀਂ ਉਹਨੂੰ ਗਲਤ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਵੀ ਕੋਈ ਬੰਦਾ ਉਹਨੇ ਮਿਹਨਤ ਕੀਤੀ ਆ, ਉਹਨੇ ਇੱਕ ਆਪਦੀ ਕਾਬਲੀਅਤ ਬਣਾਈ ਹੈ, ਤੇ ਫਿਰ ਜੇ ਉਹ ਕੈਨੇਡਾ ਆਇਆ ਸੀਗਾ ਇੱਥੇ ਇੱਕ ਬੈਟਰ ਲਾਈਫ ਵਾਸਤੇ ਆਇਆ ਸੀ, ਤੇ ਜੇ ਉਹ ਬੈਟਰ ਲਾਈਫ ਉਹਨੂੰ ਅਮਰੀਕਾ ਜਾਂ UK ਆਫਰ ਕਰੇਗਾ ਤਾਂ ਉਹ ਜਾਏਗਾ। ਕਿਉਂਕਿ ਜਦੋਂ ਇੱਕ ਵਾਰ ਘਰ ਛੱਡਣਾ ਔਖਾ ਹੁੰਦਾ, ਮੈਂ ਤੁਸੀਂ ਹੋ, ਆਪਾਂ ਇੱਕ ਵਾਰ ਜਦੋਂ ਆਪਣੇ ਘਰੋਂ ਪੈਰ ਚੱਕ ਹੀ ਲਿਆ, ਫਿਰ ਸਾਡੇ ਵਾਸਤੇ ਕੀ ਕੈਨੇਡਾ ਤੇ ਕੀ ਅਮਰੀਕਾ। ਬਿਲਕੁਲ ਸਹੀ ਗੱਲ ਹੈ।
ਤੇ ਇੱਕ ਇਹਦਾ ਮਤਲਬ ਇਹ ਵੀ ਹੈ ਕਿ ਕੈਨੇਡਾ ਬੰਦੇ ਤੇ ਬੰਦਾ ਤਾਂ ਬੁਲਾਈ ਜਾ ਰਿਹਾ ਹੈ, ਲੇਕਿਨ ਉਹਨਾਂ ਨੂੰ ਸਿਸਟਮ 'ਚ ਇੰਟੀਗ੍ਰੇਟ ਹੋਣਾ, ਵਰਕਫੋਰਸ 'ਚ ਇੰਟੀਗ੍ਰੇਟ ਹੋਣਾ, ਉਹ ਇੱਕ ਬਹੁਤ ਵੱਡਾ ਇਹਦਾ ਮਤਲਬ ਚੈਲੰਜ ਹੈ, ਖਾਸ ਕਰਕੇ ਜਦੋਂ ਕੁਝ ਸਪੈਸੀਫਿਕ ਪ੍ਰੋਫੈਸ਼ਨਸ ਆਉਂਦੇ ਨੇ। ਇਹਨੂੰ ਇਹੀ ਮੰਨੀਏ ਆਪਾਂ ਜਿੱਥੋਂ ਫਿਰ ਉਹ ਗੱਲ ਉੱਥੇ ਆ ਜਾਂਦੀ ਕਿ ਜੋ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਹੈਗਾ ਇਹਦੇ ਵਿੱਚ ਤਾਲਮੇਲ ਦੀ ਜਿਹੜੀ ਆਪਾਂ ਕਮੀ ਦੀ ਗੱਲ ਕਰ ਰਹੇ ਹਾਂ। ਜਿੰਨੀਆਂ ਵੀ ਸਰਕਾਰਾਂ ਹੈਗੀਆਂ ਉੱਪਰ ਤੋਂ ਲੈ ਕੇ ਥੱਲੇ ਤੱਕ, ਫੈਡਰਲ, ਪ੍ਰੋਵਿੰਸ਼ੀਅਲ, ਉਸ ਤੋਂ ਬਾਅਦ ਮਿਊਨਿਸਪਲ, ਉਹ ਹੁਣ ਇਹ ਗੱਲ ਮੰਨਣ ਲੱਗ ਪਈਆਂ ਹੈਗੀਆਂ ਵੀ ਇਹਦੇ ਵਿੱਚ ਤਾਲਮੇਲ ਦੀ ਕਮੀ ਰਹੀ ਹੈ, ਕਿਉਂਕਿ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਦੀ ਹੈ ਫੈਡਰਲ ਗਵਰਨਮੈਂਟ। ਹੁਣ ਬਾਕੀ ਦੇ ਬਹੁਤ ਸਾਰੇ ਮਹਿਕਮੇ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਂਡਲ ਕਰਦੀਆਂ। ਉਸ ਤੋਂ ਅੱਗੇ ਜਿਹੜਾ ਰਹਿਣ ਸਹਿਣ ਤੇ ਜਿਹੜੀਆਂ ਸਹੂਲਤਾਂ ਹੈਗੀਆਂ ਉਹਨਾਂ ਨੂੰ ਮਿਊਨਿਸਪਲ ਲੈਵਲ ਦੇ ਉੱਤੇ ਕੰਟਰੋਲ ਕੀਤਾ ਜਾਂਦਾ। ਹੁਣ ਫੈਡਰਲ ਗਵਰਨਮੈਂਟ ਕਿੰਨੇ ਬੰਦਿਆਂ ਨੂੰ ਸੱਦਾ ਦੇ ਰਹੀ ਹੈ, ਉਹ ਹੋ ਗਿਆ ਘਰ ਦੇ ਵਿੱਚ ਜਿਹੜਾ ਘਰ ਦਾ ਮੁਖੀ ਹੈਗਾ ਉਹ ਕਹਿ ਦੇਵੇ ਜੀ 12 ਬੰਦਿਆਂ ਨੂੰ ਆਪਾਂ ਤੁਸੀਂ ਆਓ ਜੀ ਥੋੜੀ ਰੋਟੀ ਦਾ ਇੰਤਜ਼ਾਮ ਕਰਦੇ ਆ, ਤੇ ਘਰੇ ਘਰਦਿਆਂ ਨੂੰ ਦੱਸਿਆ ਨਾ ਹੋਵੇ ਵੀ ਆਪਣੇ 12 ਬੰਦੇ ਰੋਟੀ ਖਾਣ ਆ ਰਹੇ ਆ ਤੇ ਘਰ ਦੇ ਉਵੇਂ ਬੈਠੇ ਹੋਣ, ਤੇ ਫਿਰ ਉਹ ਜਦੋਂ 12 ਬੰਦੇ ਘਰ ਆ ਕੇ ਬਹਿ ਜਾਣਗੇ ਫਿਰ ਉਹ ਹੱਥਾਂ ਪੈਰਾਂ ਦੀ ਪਈ ਜਾਣੀ ਹੈ। ਫਿਰ ਉਸ ਵੇਲੇ ਤੁਸੀਂ ਬਾਜ਼ਾਰ ਭੱਜੋਗੇ ਵੀ ਸਬਜ਼ੀ ਖਰੀਦ ਲਿਆ, ਫਲਾਨਿਆ ਤੂੰ ਦਹੀਂ ਫੜ ਲਿਆ, ਤੂੰ ਦੁੱਧ ਲਿਆ। ਇੱਥੇ ਹੁਣ ਉਹੀ ਕੰਮ ਹੋ ਰਿਹਾ ਹੈ। ਫੈਡਰਲ ਗਵਰਨਮੈਂਟ ਨੇ ਮਾੜਾ ਕੰਮ ਨਹੀਂ ਕੀਤਾ, ਇਮੀਗ੍ਰੇਸ਼ਨ ਕੈਨੇਡਾ ਦੀ ਲੋੜ ਹੈ, ਬਟ ਉਹਨੂੰ ਇੱਕ ਸਿਸਟੇਮੈਟਿਕ ਤਰੀਕੇ ਨਾਲ ਜਿਵੇਂ ਕੀਤਾ ਜਾਣਾ ਚਾਹੀਦਾ ਸੀ। ਹੁਣ ਜਿਹੜੀ ਅਪੋਜੀਸ਼ਨ ਹੈਗੀ ਉਹ ਇਸੇ ਗੱਲ ਦੇ ਉੱਤੇ ਪਿਚ ਵੀ ਕਰ ਰਹੀ ਹੈ ਕਿ ਜਿਹੜੀ ਇਹ ਸਿਸਟੇਮੈਟਿਕ ਪ੍ਰੋਗਰੈਸ ਦੀ, ਉਹਨਾਂ ਨੇ ਇਹ ਨਹੀਂ ਕਿਹਾ ਕਿ ਇਮੀਗ੍ਰੇਸ਼ਨ ਗਲਤ ਹੋ ਰਹੀ ਹੈ। ਇਮੀਗ੍ਰੇਸ਼ਨ ਦੀ ਜ਼ਰੂਰਤ ਹੈ ਕੈਨੇਡਾ ਨੂੰ, ਅਦਰਵਾਈਜ਼ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵਰਕਫੋਰਸ ਜਿਹੜੀ ਹੈਗੀ ਆ, ਕਿਉਂਕਿ ਬਹੁਤ ਸਾਰੀ ਪੋਪੂਲੇਸ਼ਨ ਹੈ ਜਿਹੜੀ ਓਲਡ ਏਜ ਵੱਲ ਨੂੰ ਜਾ ਰਹੀ ਹੈ, ਟੈਕਸ ਪੇਅਰ ਜਿਹੜੇ ਹੈਗੇ ਆ ਉਹ ਘਟ ਜਾਣਗੇ ਤੇ ਜਿਨ੍ਹਾਂ ਨੂੰ ਸਹੂਲਤਾਂ ਦੀ ਜ਼ਰੂਰਤ ਆ ਉਹ ਵੱਧ ਜਾਣਗੇ। ਸੋ ਇਸ ਕਰਕੇ ਇਮੀਗ੍ਰੈਂਟਸ ਜਿਹੜੇ ਹੈਗੇ ਆ ਆਉਣੇ ਚਾਹੀਦੇ ਆ, ਪਰ ਉਹਨਾਂ ਦੇ ਲਈ ਗਵਰਨਮੈਂਟ ਨੂੰ ਜੋ ਇੰਤਜ਼ਾਮ ਜਿਹੜੇ ਹੈਗੇ ਆ ਹਰ ਇੱਕ ਲੈਵਲ ਦੇ ਉੱਤੇ, ਨਾਟ ਓਨਲੀ ਐਟ ਫੈਡਰਲ ਲੈਵਲ, ਇਹ ਨਹੀਂ ਕਿ ਅਸੀਂ ਇਮੀਗ੍ਰੇਸ਼ਨ ਆ ਰਹੀ ਹੈ ਤੇ ਅਸੀਂ ਆਪਣੇ CBSA ਜਿਹੜਾ ਹੈਗਾ ਅਸੀਂ ਉਹਨੂੰ ਅਪਡੇਟ ਕਰਤਾ ਜੀ, ਉਹਨੇ ਬੰਦਿਆਂ ਦੀ ਇਮੀਗ੍ਰੇਸ਼ਨ ਨੂੰ ਸੰਭਾਲ ਸਕਦੇ ਆ, ਅਸੀਂ ਬਾਰਡਰਾਂ ਦੇ ਉੱਤੇ ਅਸੀਂ ਉਨੀ ਆਪਣੀ ਵਰਕਫੋਰਸ ਵਧਾਤੀ। ਤੁਹਾਨੂੰ ਹੇਠਲੇ ਲੈਵਲ ਤੱਕ ਜਿਹੜਾ ਹੈਗਾ ਜਿੰਨੀ ਦੇਰ ਤੱਕ ਕੰਮ ਨਹੀਂ ਹੁੰਦਾ, ਇਹ ਜਿਹੜਾ ਸਿਸਟਮ ਇਸ ਤਰੀਕੇ ਨਾਲ ਹੌਚ ਪੌਚ ਰਹੂਗਾ ਤੇ ਲੋਕਾਂ ਦਾ ਜਿਹੜਾ ਹੈਗਾ ਉਹਨਾਂ ਚਿਰ ਇੱਥੇ ਮਨ ਵੀ ਨਹੀਂ ਲੱਗਣਾ। ਤੇ ਆਪਾਂ ਸਾਡੇ ਵਰਗੇ ਹੋਰ ਬਹੁਤ ਲੋਕ ਹੋਣਗੇ ਉਹ ਵੀ ਸੋਚ ਰਹੇ ਹੋਣਗੇ ਕੈਨੇਡਾ ਬਹੁਤ ਵਧੀਆ ਹੈ, ਕੈਨੇਡਾ ਨੇ ਉਹਨੂੰ ਫਿਊਚਰਸ ਦਿੱਤੇ ਨੇ, ਸਾਡੇ ਵਰਗੇ ਕਈ ਬਹੁਤ ਵੈਲ ਸੈਟਲਡ ਬੈਠੇ ਨੇ। ਪਰ ਕੁਝ ਲੋਕਾਂ 'ਚ ਇੰਨੀ ਜ਼ਿਆਦਾ ਡੈਸਪਰੇਸ਼ਨ ਹੈ ਕਿ ਜਿਵੇਂ ਆਪਾਂ ਮੌਂਟਰੀਅਲ ਦੇ ਇੱਕ ਰਿਵਰ 'ਚੋਂ ਸੁਣਿਆ, ਜਾਂ ਵਿਨੀਪੈਗ ਦੇ ਜਿੱਥੇ ਸਨੋ ਪੈਂਦੀ ਹੈ ਉੱਥੋਂ ਲੋਕਾਂ ਨੇ US ਜਾਣ ਲਈ ਇਲੀਗਲੀ ਜਾਨ ਤੱਕ ਗਵਾਤੀ। ਇਹ ਕਿਹੜਾ ਤਬਕਾ ਜਾਂ ਇਹ ਡੈਸਪਰੇਸ਼ਨ ਕਿੱਥੋਂ ਆ ਰਹੀ ਹੈ? ਇਹ ਫਿਰ ਉਹ ਆ ਜਾਂਦੇ ਆ ਇਸ਼ਰਤ ਜੀ, ਜਿਹੜੇ ਲੋਕ ਨਾ ਤਾਂ ਇੱਧਰ ਸੈਟਲ ਹੋ ਪਾਉਂਦੇ ਆ, ਇੱਥੇ ਕਿਸੇ ਨਾ ਕਿਸੇ ਗੈਰ ਕਾਨੂੰਨੀ ਤਰੀਕੇ ਨਾਲ ਉਹ ਆਏ ਵੇ ਹੁੰਦੇ ਆ, ਉਸ ਤੋਂ ਬਾਅਦ ਉਹਨਾਂ ਵਾਸਤੇ ਰਾਹ ਰਸਤੇ ਜਦੋਂ ਉਹਨਾਂ ਨੂੰ ਨਹੀਂ ਦਿਖਦੇ ਫਿਰ ਉਹ ਇੱਕ ਬਾਕੀ ਦੂਸਰੀ ਗੱਲ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਉੱਤੋਂ ਜਿਹੜਾ ਮਾਫੀਆ ਹੈਗਾ ਉਹ ਇਨਕੈਸ਼ ਕਰਦਾ ਇਹਨੂੰ। ਕੋਈ ਵੀ ਬੰਦਾ ਜਿਹੜਾ ਵਲਨਰੇਬਲ ਹੈ, ਕੋਈ ਵੀ ਇਸ ਤਰ੍ਹਾਂ ਤਬਕਾ, ਕੋਈ ਵੀ ਇਸ ਤਰ੍ਹਾਂ ਦਾ ਇਨਸਾਨ, ਜਦੋਂ ਉਹਨੂੰ ਪਤਾ ਲੱਗ ਗਿਆ ਕਿ ਇਹਨੂੰ ਐਕਸਪਲੋਇਟ ਕੀਤਾ ਜਾ ਸਕਦਾ, ਉਹਨਾਂ ਨੇ ਉਹਨੂੰ ਫਿਰ ਉਹ ਰਸਤਾ ਦਿਖਾਉਣਾ ਜਿਹਦੇ ਵਿੱਚ ਉਹਨਾਂ ਦਾ ਫਾਇਦਾ ਹੈ। ਸੋ ਉਹ ਬਹੁਤ ਸਾਰੇ ਲੋਕ ਮਿਸਗਾਈਡਡ ਵੀ ਹੁੰਦੇ ਆ, ਉਹ ਇੱਥੇ ਅਸਾਈਲਮ ਲੈਣ ਦੀ ਬਜਾਏ ਉਹਨੂੰ ਕਹਿੰਦੇ ਨਹੀਂ ਤੁਸੀਂ ਅਮਰੀਕਾ ਚਲੇ ਜਾਓ, ਤੁਹਾਨੂੰ ਉਧਰਲੇ ਪਾਸੇ ਕੇਸ ਚੱਲੂਗਾ, 4 ਦਿਨ ਤੁਸੀਂ ਜੇਲ੍ਹ ਜੂਲ੍ਹ 'ਚ ਰਹੋਗੇ, ਇਸ ਤਰ੍ਹਾਂ ਦੀਆਂ ਕੋਈ ਉਹਨਾਂ ਨੂੰ ਜਿਹੜੀਆਂ ਹੈਗੀਆਂ ਸਬਜ਼ ਬਾਗ ਦਿਖਾ ਕੇ ਉਧਰਲੇ ਪਾਸੇ ਟਰਾਂਸਪੋਰਟ ਕਰ ਦਿੰਦੇ ਆ। ਉਹਨਾਂ ਨੂੰ ਇਹ ਥੋੜ੍ਹੀ ਕੋਈ ਮਤਲਬ ਹੁੰਦਾ ਵੀ ਉੱਧਰ ਜਾ ਕੇ ਇਹਨਾਂ ਦਾ ਬਣਨਾ ਕੀ ਹੈ, ਉਹ ਜਿਉਂਦੇ ਜਾਂਦੇ ਵੀ ਹੈ ਕਿ ਨਹੀਂ, ਉੱਧਰ ਜਿਉਂਦੇ ਪਹੁੰਚਦੇ ਵੀ ਹੈ ਕਿ ਨਹੀਂ, ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ, ਉਹ ਆਪਣੇ ਪੈਸੇ ਲੈ ਚੁੱਕੇ ਆ ਜੀ। ਸੋ ਜਿਹੜੀ ਉਹ ਡੈਸਪਰੇਸ਼ਨ ਇੱਧਰ ਨੂੰ ਆਉਣ ਦੀ ਹੈਗੀ ਆ, ਉਹ ਡੈਸਪਰੇਸ਼ਨ ਉਦੋਂ ਗਾਇਬ ਹੋ ਜਾਂਦੀ ਹੈ ਜਦੋਂ ਜਿਹੜੇ ਸੁਪਨੇ ਲੈ ਕੇ ਬੰਦਾ ਇੱਥੇ ਪਹੁੰਚਿਆ ਹੁੰਦਾ ਉਹ ਪੂਰੇ ਨਹੀਂ ਹੋ ਪਾਉਂਦੇ। ਸੋ ਅਲਟੀਮੇਟਲੀ ਜਿਹੜੀ ਹੈਗੀ ਆ ਗੱਲ ਜੀ ਇੱਥੇ ਮੁੱਕਦੀ ਹੈ ਕਿ ਕੈਨੇਡਾ ਬਹੁਤ ਵਧੀਆ ਕੰਟਰੀ ਹੈ, ਸਿਸਟਮਸ ਬਹੁਤ ਵਧੀਆ ਨੇ। ਮੈਂ ਹੁਣ ਤੱਕ ਮਤਲਬ ਮੈਨੂੰ ਨਹੀਂ ਲੱਗਿਆ ਕਿਸੇ ਚੀਜ਼ ਨੂੰ ਮੈਂ ਇੱਥੇ ਨਿੰਦ ਸਕਾਂ। ਮੈਡੀਕਲ ਸਿਸਟਮ ਦੇ ਵਿੱਚ ਵੀ ਜੋ ਸਿਸਟਮੈਟਿਕ ਚੀਜ਼ਾਂ ਹੈਗੀਆਂ ਠੀਕ ਨੇ, ਉਹਦੇ ਵਿੱਚ ਕੋਈ ਗਲਤ ਨਹੀਂ ਹੈ, ਪਰ ਹਾਂ ਪ੍ਰਪੋਰਸ਼ਨੇਟਲੀ ਉਹਨਾਂ ਦੀ ਕੁਆਂਟੀਟੀ, ਉਹਨਾਂ ਦੀ ਸਮਰੱਥਾ ਜਿੰਨੀ ਹੋਣੀ ਚਾਹੀਦੀ ਸੀ, ਉਹ ਸਮਰੱਥਾ ਹਜੇ ਉਹ ਅਟੇਨ ਕਰਨੀ ਬਾਕੀ ਹੈ। ਜਿੱਦਾਂ ਉਹ ਸਮਰੱਥਾ ਦੇ ਉੱਤੇ ਪੂਰੀਆਂ ਆ ਗਈਆਂ, ਪੀਪਲ ਵਿਲ ਇੰਜੋਏ ਲਿਵਿੰਗ ਹੇਅਰ। ਬਿਲਕੁਲ ਸਹੀ ਗੱਲ ਹੈ ਜੀ। 2001 ਵਿੱਚ 75% ਐਸੇ ਲੋਕ ਸੀਗੇ ਜੋ PR ਤੋਂ ਸਿਟੀਜ਼ਨ ਬਣ ਰਹੇ ਸੀਗੇ। 20 ਸਾਲ ਬਾਅਦ ਇਹ ਪਰਸੈਂਟੇਜ ਸਿਰਫ 45 ਤੇ ਰਹਿ ਗਈ ਹੈ। ਕੋਈ ਤਾਂ ਕਾਰਨ ਹੈ ਕਿ ਕੈਨੇਡਾ ਵਿੱਚ ਸੁਪਨੇ ਲੈ ਕੇ ਆਉਂਦਾ ਬੰਦਾ ਹੁਣ ਇੱਥੇ ਰਹਿਣਾ ਹੀ ਨਹੀਂ ਚਾਹੁੰਦਾ ਜਾਂ ਇੱਥੇ ਪੱਕਿਆ ਨਹੀਂ ਹੋਣਾ ਚਾਹੁੰਦਾ। ਸ਼ਾਇਦ ਅਸੀਂ ਵੀ ਉਹਨਾਂ 'ਚੋਂ ਹੀ ਹਾਂ, ਜਦੋਂ ਇੱਕ ਵਾਰ ਇੱਥੇ ਆ ਕੇ ਰੋਟੀ ਦੀ ਸਟਰਗਲ ਮੁੱਕ ਜਾਂਦੀ ਹੈ ਤੇ ਅੱਗੇ ਫਿਊਚਰ ਦੀ ਪਲੈਨਿੰਗ ਸੋਚਦੇ ਹਾਂ ਜਾਂ ਹੋਰ ਬੈਟਰ ਫਿਊਚਰ ਕਿੱਥੇ ਹੋ ਸਕਦਾ ਹੈ, ਤਾਂ ਅਸੀਂ US ਜਾਂ ਸ਼ਾਇਦ ਕੁਝ ਹੋਰ ਦੇਸ਼ਾਂ ਵੱਲ ਰੁਖ ਕਰਦੇ ਹਾਂ। ਕੈਨੇਡਾ ਨੂੰ ਬਹੁਤ ਲੋੜ ਹੈ ਨਾ ਸਿਰਫ ਇਮੀਗ੍ਰੈਂਟਸ ਦੀ ਬਟ ਸਕਿਲਡ ਇਮੀਗ੍ਰੈਂਟਸ ਦੀ, ਖਾਸ ਕਰਕੇ ਅਜਿਹੇ ਪ੍ਰੋਫੈਸ਼ਨਸ ਵਿੱਚ ਜਿੱਥੇ ਆਲਰੇਡੀ ਬਹੁਤ ਘਾਟ ਹੈ, ਤੇ ਉਹਦੇ ਵਿੱਚ ਹੈਲਥ ਕੇਅਰ ਵਰਕਰ, ਡਾਕਟਰਸ, ਅਸੀਂ ਸਾਰੇ ਹੀ ਦੇਖਦੇ ਹਾਂ ਕਿ ਉਹਨਾਂ ਦੀ ਕਿੰਨੀ ਜ਼ਿਆਦਾ ਲੋੜ ਹੈ, ਪਰ ਇਸੇ ਤਰ੍ਹਾਂ ਪਾਇਲਟਸ ਜਾਂ ਹੋਰ ਕਈ ਪ੍ਰੋਫੈਸ਼ਨਸ ਵਿੱਚ ਵੀ ਉਹਨਾਂ ਦੀ ਲੋੜ ਹੈ। ਕੈਨੇਡਾ ਨੂੰ ਟਾਰਗੇਟਿਡ ਇਮੀਗ੍ਰੇਸ਼ਨ ਤਾਂ ਕਰਨੀ ਹੀ ਪਏਗੀ ਤੇ ਉਹਦੇ ਵੱਲੋਂ ਵੱਧ ਵੀ ਰਹੀ ਹੈ, ਲੇਕਿਨ ਇਨਫਰਾਸਟ੍ਰਕਚਰ ਨੂੰ ਵਧਾਉਣਾ ਤੇ ਜਿਹੜੀ ਰੈੱਡ ਟੇਪ ਜਿਹਦੀ ਅਸੀਂ ਗੱਲ ਕਰਦੇ ਹਾਂ, ਜ਼ਿਆਦਾਤਰ ਵੀ ਇੱਥੇ ਘਰ ਬਣਾਉਣ ਨੂੰ ਕਈ ਸਾਲ ਲੱਗ ਜਾਂਦੇ ਨੇ, ਉਸੇ ਤਰ੍ਹਾਂ ਦੀ ਰੈੱਡ ਟੇਪ ਜਿਹੜੀ ਪ੍ਰੋਫੈਸ਼ਨਲ ਲਾਇਸੈਂਸਿਸ ਜਾਂ ਇੱਕ ਪ੍ਰੋਫੈਸ਼ਨ ਵਿੱਚ ਇੰਟੀਗ੍ਰੇਟ ਹੋਣ ਲਈ ਚਾਹੀਦੀ ਹੈ, ਕੈਨੇਡਾ ਨੂੰ ਉਸ 'ਤੇ ਨਾ ਸਿਰਫ ਕੰਮ ਕਰਨ ਦੀ ਲੋੜ ਹੈ ਪਰ ਜਲਦੀ ਕੰਮ ਕਰਨ ਦੀ ਲੋੜ ਹੈ, ਕਿਉਂਕਿ ਇਹਦੇ ਕਈ ਤਰ੍ਹਾਂ ਦੇ ਨੁਕਸਾਨ ਹੋ ਰਹੇ ਨੇ।
ਨਾ ਸਿਰਫ ਇਹਨਾਂ ਪ੍ਰੋਫੈਸ਼ਨਸ ਨੂੰ ਸਫਰ ਕਰਨਾ ਪੈ ਰਿਹਾ ਹੈ, ਪਬਲਿਕ ਨੂੰ ਸਫਰ ਕਰਨਾ ਪੈ ਰਿਹਾ ਜਦੋਂ ਸਰਵਿਸ ਨਹੀਂ ਮਿਲ ਰਹੀ, ਲੇਕਿਨ ਸਫਰ ਇਸ ਤਰ੍ਹਾਂ ਵੀ ਕਰਨਾ ਪੈ ਰਿਹਾ ਕਿ ਜਿਹੜੇ ਇਮੀਗ੍ਰੈਂਟ ਦੀ ਬਹੁਤ ਲੋੜ ਸੀ, ਜਿਹੜਾ ਇੱਥੇ ਆਇਆ ਵੀ ਉਹ ਇੱਥੇ ਰਹਿ ਹੀ ਨਹੀਂ ਰਿਹਾ।